मैं सरवण सिंह पंधेर किसान मजदूर संघ मेरा सूबा जनरल सकੱਤਰ बोलदा जी। ਅੱਜ ਰੇਲ ਟਰੈਕ ਦੇਵੀਦਾਸਪੁਰਾ ਤੇ ਜਿਵੇਂ ਕੱਲ ਤੇ ਪਰਸੋਂ ਜ਼ੁਲਮ ਕੀਤਾ ਹਰਿਆਣੇ ਦੇ ਕਿਸਾਨਾਂ ਤੇ ਗ੍ਰਿਫਤਾਰ ਕੀਤਾ ਬਾਅਦ ਚ ਰਿਹਾ ਕੀਤਾ। ਇਹਨਾਂ ਕਾਰਨਾਂ ਕਰਕੇ ਆਪਾਂ ਜਿਹੜੀ ਕੇਂਦਰ ਦੀ ਮੀਟਿੰਗ ਸੱਦੀ ਸੀ। ਇਸ ਕਰਕੇ ਕੱਲ ਅਸੀਂ ਇੱਥੇ ਫੂਕ ਮੁਜ਼ਾਹਰੇ ਕੀਤੇ। ਇਸ ਰੇਲ ਟਰੈਕ ਤੇ ਕਾਲੇ ਚੋਲੇ ਪਾ ਕੇ ਕਾਲਾ ਦਿਨ ਵਜੋਂ ਮਨਾ ਰਹੇ ਜੋ ਹਰਿਆਣੇ ਦੇ ਕਿਸਾਨਾਂ ਨਾਲ ਹੋਇਆ। ਅਸੀਂ ਰੇਲ ਰੋਕੋ ਅੰਦੋਲਨ ਨੂੰ 11 ਅਕਤੂਬਰ ਤੱਕ ਵਧਾ ਦਿੱਤਾ ਵਾ। ਇਹਦੋਂ ਗਾਂ ਜਿਹੜਾ ਕੱਲ ਫੈਸਲਾ ਕੀਤਾ ਸੀਗਾ ਅਸੀਂ ਵੀ ਨਹੀਂ ਜਾਣਾ ਮੀਟਿੰਗ, ਜੋ ਸਾਡਾ ਦਰੁਸਤ ਫੈਸਲਾ ਸੀਗਾ। ਸਾਰੇ ਕਿਸਾਨ ਮਜ਼ਦੂਰ ਅੰਦੋਲਨ ਦੇ ਆਗੂਆਂ ਨੇ ਵੀ ਇਹ ਫੈਸਲਾ ਕੀਤਾ। ਇਹ ਸਵਾਗਤਯੋਗ ਆ। ਇਹਦੋਂ ਗਾਂ ਮੋਦੀ ਸਰਕਾਰ ਖੁਦ ਮੋਦੀ ਆਪ ਪ੍ਰਧਾਨ ਮੰਤਰੀ ਜੀ ਮੀਟਿੰਗ ਕਰਨ ਦੇ ਕਿਸਾਨਾਂ ਨਾਲ ਦੇਸ਼ ਦੇ ਹਰਿਆਣੇ ਦੇ ਕਿਸਾਨਾਂ ਨੂੰ ਪੰਜਾਬ ਦੇ ਨੂੰ ਸੱਦਿਆ ਹੈ। ਸਾਨੂੰ ਭਾਵੇਂ ਸਾਰਿਆਂ ਤੋਂ ਮਗਰ ਸੱਦ ਲਿਆ ਜਾਵੇ, ਪਰ ਗੱਲਬਾਤ ਤੋਂ ਪਹਿਲਾਂ ਗੱਲਬਾਤ ਦਾ ਮਾਹੌਲ ਪੈਦਾ ਕੀਤਾ, ਸੰਜੀਦਗੀ ਵਿਖਾਲੀ ਜਾਵੇ। ਸੋ ਤੋਮਰ ਜੀ ਦਾ ਵੀ ਕੱਲ 4:30 ਵਜੇ ਫੋਨ ਆਇਆ ਸੀ। ਅੱਜ ਸਟੇਟ ਸੈਕਟਰੀ ਅਗਰਵਾਲ ਜੀ ਦਾ ਵੀ ਫੋਨ ਆਇਆ ਸੀ ਵੀ ਕੀ ਤੋਂ ਉਹਨਾਂ ਨੂੰ ਅਸੀਂ ਨੋਟ ਕਰਵਾਤਾ ਸੀ ਵੀ ਆਹ ਖਮੀਆਂ ਸਾਨੂੰ ਦਿਖੀਆਂ, ਇਸ ਕਰਕੇ ਅਸੀਂ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ। मैं किसानों के एजीटेशन ठीक है, उन्होंने अधिकार है वो करन, मेरा उन्होंने किसी तरह का कोई सवाल नहीं। करन उन्होंने अधिकार है, उन्होंने अपनी गल कहने का अधिकार है, असीं गल सुनांगे भी उन्होंने। पर विच कुछ चीज़ां प्रयोजित हो रही हैं। मेरा ये कहने का भाव है कि विच चीज़ां कुछ प्रयोजित कीतियां जा रही हैं जिहदे नाल की है कि उकसाया जाने वाली गल है। हुण मान लो ट्रैक्टर लै गए, मैं एक बड़ी छोटी जी उदाहरण दे रहा, यूथ कांग्रेस ने ट्रैक्टर साड़ता, पहले अंबाले साड़िया, उही चक के फिर दिल्ली साड़ता ले जाके। ਉਹਦੇ ਨਾਲ ਕੀ ਸਾਬਤ ਕਰਨਾ ਚਾਹੁੰਦੇ ਆ? ਕਿਸਾਨਾਂ ਨੂੰ ਉਕਸਾ ਰਹੇ ਟਰੈਕਟਰ ਸਾੜਨ ਵਾਸਤੇ। ਕਿਸਾਨ ਤਾਂ ਡਾਇਰੈਕਟਰ ਤਾਂ ਕਿਸਾਨ ਦਾ ਬੱਚਾ ਹੈ। ਟਰੈਕਟਰ ਸਾੜ ਕੇ ਆਪਾਂ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਮੈਨੂੰ ਇਹ ਦੱਸੋ ਪਹਿਲਾਂ। ਕਿਆ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ ਟਰੈਕਟਰ? ਇਹਦੇ ਤੋਂ ਤਾਂ ਸੁਨੇਹਾ ਹੀ ਜਾ ਰਿਹਾ ਵੀ ਕਿਸਾਨ ਆਪਣੇ ਟਰੈਕਟਰ ਨੂੰ ਅੱਗ ਲਾ ਦੇਣ। ਇਹਦਾ ਮਤਲਬ ਤਾਂ ਇਹ ਹੋ ਗਿਆ ਨਾ। ਸੋ ਐਸੀ ਸੋਚ ਲੈ ਕੇ ਕਾਂਗਰਸ ਚੱਲ ਰਹੀ ਹੈ। ਅਦਾਰਿਆਂ ਨੂੰ ਤੁਸੀਂ ਨਿਸ਼ਾਨਾ ਬਣਾ ਰਹੇ ਹੋ। ਅੱਜ ਵੀ ਤੁਸੀਂ ਕਾਰਪੋਰੇਟ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ, ਕੀ ਮਕਸਦ ਹੈ ਇਹਨਾਂ ਕਾਰਪੋਰੇਟ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ? ਕੀ ਅਗਲੀ ਰਣਨੀਤੀ? ਕਾਰਪੋਰੇਟ ਜਿਹੜੇ ਅਦਾਰੇ ਹੈ ਇਹ ਲਗਾਤਾਰ ਸਾਡੇ ਦੇਸ਼ ਦੀ ਸਾਰੀ ਜਿਹੜੀ ਹੈਗੀ ਹੈ ਕਿਸਾਨੀ ਨੂੰ ਹੋਰ ਸਾਰੇ ਲੋਕਾਂ ਨੂੰ ਲੁੱਟ ਰਿਹਾ ਹੈ। ਔਰ ਪਿਛਲੇ ਆਪਣੇ ਜੂਨ ਮਹੀਨੇ 'ਚ ਜਿਹੜੇ ਆਰਡੀਨੈਂਸ ਜਾਰੀ ਕੀਤੇ ਹੈ ਮੋਦੀ ਸਰਕਾਰ ਨੇ, ਇਹ ਆਰਡੀਨੈਂਸ ਜਿਹੜੇ ਹੈਗੇ ਕਾਰਪੋਰੇਟਾਂ ਨੂੰ ਜਿਹੜੇ ਗੱਫੇ ਦੇਣ, ਕਿਸਾਨੀ ਸਾਡੀ ਬਰਬਾਦ ਹੋਣੀ ਹੈ। ਔਰ ਕਾਰਪੋਰੇਟਰ ਨਾਲ ਜਿਹੜੇ ਹੈਗੇ ਆ ਬਕਾਇਦਾ ਤੌਰ ਤੇ ਸਾਡੀਆਂ ਜ਼ਮੀਨਾਂ ਵੀ ਹਥਿਆ ਲੈਣੀਆਂ ਤੇ ਸਾਡਾ ਸਭ ਕੁਝ ਜਿਹੜੇ ਕਾਰੋਬਾਰ ਉਹਨੇ ਹਥਿਆਣੇ ਆ। ਜਿਵੇਂ ਆ ਪੰਪ ਲੱਗ ਗਏ ਆ, ਹੋਰ ਜਿਹੜੇ ਇਹਨਾਂ ਅਦਾਰਿਆਂ ਦੇ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਅਦਾਰੇ ਆ, ਉਸੇ ਤਰ੍ਹਾਂ ਦੇ ਨਾਲ ਹੀ ਨਹੀਂ ਖੇਤੀ 'ਤੇ ਕਬਜ਼ਾ ਕਰਨਾ ਹੈ। ਸੋ ਸਾਡਾ ਮੁੱਖ ਨਿਸ਼ਾਨਾ ਇਸ ਗੱਲ ਦਾ ਆ ਵੀ ਮੋਦੀ ਸਰਕਾਰ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਸਾਡਾ ਜਿਹੜਾ ਵੇਚ ਰਹੀ ਹੈ। ਰੇਲਾਂ ਸਾਡੀਆਂ ਰੇਲਾਂ ਵੇਚਤੀਆਂ ਤੇ ਸਾਡੇ ਹਵਾਈ ਅੱਡੇ ਵੇਚਤੇ, ਇਸੇ ਤਰ੍ਹਾਂ ਦੇ ਨਾਲ LIC ਵੇਚਤੀ ਤੇ ਹੋਰ ਕਾਫੀ ਕੁਝ ਜਿਹੜੀ ਵੇਚ ਰਹੀ ਹੈ। ਤੇ ਹੁਣ ਖੇਤੀ ਵੱਲ ਨੂੰ ਸਿੱਧੀ ਹੋਈ ਹੈ ਤੇ ਖੇਤੀ ਵੱਲ ਨੂੰ ਜੇ ਸਿੱਧੀ ਹੋਈ ਹੈ ਤਾਂ ਕਿਸਾਨ ਵੀ ਅੱਜ ਉੱਠ ਕੇ ਇਹਦਾ ਡਟ ਕੇ ਵਿਰੋਧ ਕਰ ਰਿਹਾ ਹੈ।
ਇੱਕ ਮੈਟ ਅੱਗੇ ਤਾਂ ਇੱਥੇ ਲਾ ਦੇ ਨਾਲ ਕੋਈ ਇੱਧਰ ਯਾਰ ਹੈਲੋ ਹੈਲੋ ਥੋੜਾ ਇਹਨਾਂ ਦਾ ਹੁੰਦਾ ਇਹਨੂੰ ਬੈਰੀਗੇਡ ਨਾ ਦਿਖਾ ਲੋਕੀ ਜੰਗਲ ਵੀ ਰਵੀ ਕਹਿੰਦੇ ਸਾਰੀ ਸੰਗਤ ਕਰੋ ਕਿਰਪਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਸੀ ਕਿ ਜਿਹੜੇ ਸਿੱਖ 1947 ਤੋਂ ਲੈ ਕੇ ਲਗਾਤਾਰ ਅਰਦਾਸਾਂ ਕਰਦੇ ਸੀ ਕਿ ਸਤਿਗੁਰੂ ਵਿਛੜੇ ਹੋਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼, ਤੇ ਉਹ ਦਰਸ਼ਨ ਦਿਦਾਰੇ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦੋਨਾਂ ਸਰਕਾਰਾਂ ਦੀ ਰਜਾਮੰਦੀ ਦੇ ਨਾਲ ਸਿੱਖ ਸੰਗਤਾਂ ਨੂੰ ਨਸੀਬ ਹੋਏ ਸੀ। ਔਰ ਕਰੋਨਾ ਮਹਾਮਾਰੀ ਆ ਗਈ। ਕਰੋਨਾ ਮਹਾਮਾਰੀ ਕਰਕੇ ਸਮੁੱਚੇ ਜਗਤ ਦੇ ਅੰਦਰ ਹੀ ਪਾਬੰਦੀਆਂ ਲੱਗ ਗਈਆਂ, ਪਰ ਹੁਣ ਜਦੋਂ ਸਮੁੱਚੇ ਜਗਤ ਦੇ ਅੰਦਰ ਹੀ ਪਾਬੰਦੀਆਂ ਚੁੱਕੀਆਂ ਗਈਆਂ ਨੇ, ਹਟ ਗਈਆਂ ਨੇ, ਹਰੇਕ ਧਾਰਮਿਕ ਸਥਾਨ ਖੁੱਲ੍ਹ ਗਏ ਨੇ, ਹਰੇਕ ਜਗ੍ਹਾ ਖੁੱਲ੍ਹ ਗਈ ਹੈ, ਤੇ ਫਿਰ ਇਹ ਜਿਹੜਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਪਵਿੱਤਰ ਸਥਾਨ ਹੈ ਸ਼੍ਰੀ ਕਰਤਾਰਪੁਰ ਸਾਹਿਬ, ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣਾ ਆਖਰੀ ਸਮਾਂ ਬਤੀਤ ਕੀਤਾ ਹੈ, ਤੇ ਜਿਹਦੇ ਦਰਸ਼ਨ ਕਰਨ ਵਾਸਤੇ, ਜਿੱਥੇ ਨਤਮਸਤਕ ਹੋਣ ਵਾਸਤੇ ਹਰ ਸਿੱਖ ਤਰਸਦਾ ਹੈ, ਤੇ ਉਸ ਅਸਥਾਨ ਦੇ ਉੱਤੇ ਅਜੇ ਵੀ ਰੋਕਾਂ ਕਿਉਂ ਨੇ? ਇਸ ਕਰਕੇ ਜਿਹੜਾ ਅੱਜ ਸੰਗਤੀ ਰੂਪ 'ਚ ਸਤਿਗੁਰੂ ਦੇ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ, ਤੇ ਜਿਹੜੀ ਭਾਰਤ ਸਰਕਾਰ ਹੈ, ਮੋਦੀ ਸਰਕਾਰ ਹੈ, ਨਰਿੰਦਰ ਮੋਦੀ ਜੀ ਨੇ, ਉਹਨਾਂ ਨੂੰ ਵੀ ਇਹ ਕਹਿਣ ਵਾਸਤੇ ਆਏ ਆ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ। ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ, ਕੀ ਕਰ ਰਹੇ ਹੋ? ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ, ਅਸੀਂ ਤੁਹਾਡੇ 'ਚ ਹਾਜ਼ਰ ਹੋਏ ਆ ਤੁਹਾਡੀ ਕਚਹਿਰੀ ਦੇ ਵਿੱਚ। ਇਹ ਮੁੱਦਾ ਲੈ ਕੇ ਸਾਧੂ ਧਰਮਸੋਤ ਜਿਹੜਾ ਵਜ਼ੀਰ ਆ ਕੈਪਟਨ ਸਰਕਾਰ ਦੇ ਵਿੱਚ, ਕੈਪਟਨ ਸਾਹਿਬ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ। 64 ਕਰੋੜ ਰੁਪਈਆ ਜਿਹੜਾ ਐਸੀਆਂ ਦਾ ਉਹਨੇ ਖਾ ਲਿਆ, ਘੁਟਾਲਾ ਕਰ ਲਿਆ। ਸਾਡੇ ਬੱਚੇ ਬੱਚੀਆਂ ਦਾ ਜਿਹੜਾ ਵਜ਼ੀਫਾ ਵਾ ਉਹ ਉਹਨੇ ਖਾ ਲਿਆ, ਤੇ ਉਹਨਾਂ ਨੂੰ ਸਰਟੀਫਿਕੇਟ ਨਹੀਂ ਮਿਲ ਰਹੇ। ਸਾਡੇ ਬੱਚਿਆਂ ਨਾਲ ਸ਼ੋਸ਼ਣ ਹੋ ਰਿਹਾ। ਜਦ ਵੀ ਕਾਂਗਰਸ ਸਰਕਾਰ ਪੂਰੇ ਦੇਸ਼ ਵਿੱਚ ਆਈ ਜਾਂ ਪੰਜਾਬ ਦੇ ਵਿੱਚ ਆਈ, ਇਹਨਾਂ ਨੇ ਐਸੀਆਂ ਨਾਲ ਧੋਖਾ ਕੀਤਾ।
ਕਿ ਮੇਰਾ ਨਾਲ ਹੀ ਪਿਸ਼ਾਬ ਕੱਢ ਦਿੱਤਾ, ਗਲ ਘੁੱਟ ਦਿੱਤਾ ਸੀ। ਉਹਦਾ ਮੇਰੀ ਹਿੰਮਤ ਕਿ ਮੈਂ ਇੱਥੋਂ ਫੜ ਕੇ ਛਡਾ ਲਿਆ, ਨਹੀਂ ਤੇ ਇਹਨਾਂ ਮੇਰਾ ਗਲ ਘੁੱਟ ਦਿੱਤਾ ਸੀ। ਇਹਨਾਂ ਮੇਰੇ ਸਿਰ ਵਿੱਚ ਮੁੱਕੀਆਂ ਮਾਰੀਆਂ ਵਾ। ਇਹਦਾ ਭਰਾ ਜਿਹੜਾ ਮੁਲਾਜ਼ਮ ਆ ਉਹਨੇ ਮੈਨੂੰ ਕੁੱਤੇ ਚੂੜੇ ਕਿਹਾ ਵਾ। ਨਾਲ ਹਰਜੋਤ ਸਿੰਘ ਆ, ਦਾਦੂ ਜੋਤ ਆ, ਉਹਨੇ ਕੁੱਤੇ ਚੂੜੇ ਕਿਹਾ ਵਾ। ਇਹਦਾ ਭਤੀਜਾ ਜੋਬਨ ਆ, ਉਹਨੇ ਕੁੱਤੇ ਚੂੜੇ ਕਿਹਾ ਵਾ ਤੇ ਇਹਨੇ 2 ਲੱਖ ਰੁਪਈਆ ਨਜਾਇਜ਼ ਪਾਇਆ ਵਾ। ਉਹਦਾ ਇਨਸਾਫ ਚਾਹੀਦਾ। ਦੂਜੀ ਗੱਲ ਜਿਹੜੀ ਇਹਨਾਂ ਮਾਰਕੁੱਟ ਕੀਤੀ ਆ ਉਹਦਾ ਇਨਸਾਫ ਚਾਹੀਦਾ ਵਾ। ਤੀਜੀ ਗੱਲ ਜੱਟਾਂ ਦਾ ਮਾਲ 1800 ਨੂੰ ਖਰੀਦ ਕੇ 1850 ਨੂੰ ਵੇਚਣ ਡਿਆ ਜੇ। ਠੀਕ ਹੈ ਜੀ, ਮੈਨੂੰ ਇਹਨਾਂ ਚੀਜ਼ਾਂ ਦਾ ਇਨਸਾਫ ਚਾਹੀਦਾ। ਜੋ ਇਹਨਾਂ ਮੇਰੇ ਨਾਲ ਕੀਤਾ ਉਹ ਇਹਨਾਂ ਨਾਲ ਹੋਣਾ ਚਾਹੀਦਾ। ਇਹ ਰਣਬੀਰ ਸਿੰਘ ਇਹਦੀ ਸਰਾਣਾ ਰੈਜ਼ੀਡੈਂਟ ਆਫ ਵਿਲੇਜ ਕੰਦੋਵਾਲੀ ਦਾ ਰਹਿਣ ਵਾਲਾ ਹੈ। ਇਹਦੇ ਉੱਤੇ ਕਾਫੀ ਜਿਹੜੇ ਆਰਮਸ ਰਿਲੇਟਡ ਮੁਕੱਦਮੇ ਸੀ, ਉਹਨਾਂ 'ਚੋਂ ਇਹ ਜ਼ਮਾਨਤ 'ਤੇ ਹੈ। ਇਸਨੇ ਆਪਣੀ ਸ਼ਾਦੀ 30/9 ਨੂੰ ਇਹਦੀ ਸ਼ਾਦੀ ਹੋਈ ਸੀ ਔਰ 3 ਤਰੀਕ ਨੂੰ 3/10 ਨੂੰ ਇਹਨੇ ਘਰ ਦੇ ਵਿੱਚ ਆਪਣੀ ਪਾਰਟੀ ਰੱਖੀ ਸੀ। ਇਸ ਪਾਰਟੀ ਦੇ ਵਿੱਚ ਕਾਫੀ ਜਿਹੜੇ ਰਿਸ਼ਤੇਦਾਰ ਔਰ ਇਹਦੇ ਦੋਸਤ ਜਿਹੜੇ ਸ਼ਾਮਲ ਹੋਏ ਸੀ। ਉਹ ਉਸ ਪਾਰਟੀ ਦੇ ਵਿੱਚ ਕੋਈ 5-6 ਵਿਅਕਤੀਆਂ ਨੇ ਜਿਹੜੀ ਗੋਲੀ ਚਲਾਈ ਹੈ ਔਰ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੀ। ਇਸ ਦੇ ਸਬੰਧ ਵਿੱਚ FIR ਨੰਬਰ 138 ਡੇਟਡ 6/10/20 ਅੰਡਰ ਸੈਕਸ਼ਨ 336 IPC 25/27/54 ਆਰਮਸ ਐਕਟ ਥਾਣਾ ਝੰਡੇਰ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਗਿਆ। ਇਹਨਾਂ ਦੀ ਧਰਪਕੜ, ਇਹਨਾਂ ਦੇ ਅਸੀਂ 5 ਵਿਅਕਤੀਆਂ ਦੇ ਬਾਈ ਨੇਮ ਪਰਚਾ ਦਿੱਤਾ ਔਰ ਇੱਕ ਅਨਨੋਨ ਹੈ। ਇਹਨਾਂ ਦੇ ਅਸੀਂ ਧਰਪਕੜ ਲਈ ਕਾਫੀ ਰੇਡ ਕਰ ਰਹੇ ਹਾਂ ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਵੈਪਨ ਵੀ ਰਿਕਵਰ ਕਰ
ਮੇਰੇ ਨਾਲ ਜੀ ਅੱਜ ਜਦੋਂ ਮੈਂ ਸਬਜ਼ੀ ਮੰਡੀ ਆੜਤ ਕਰਨਾ ਜੀ, ਔਰ ਜਦੋਂ ਮੈਂ ਸਬਜ਼ੀ ਮੰਡੀ ਤੋਂ ਆਪਣੇ 10:30 ਵਜੇ ਘਰ ਆਇਆ ਤਾਂ ਮੈਂ ਫੈਮਿਲੀ 'ਚ ਬੈਠਾ ਹੋਇਆ ਸੀ ਤੇ ਅਣਪਛਾਤੇ ਜਿਹੜੇ 3 ਬੰਦੇ ਗੇਟ ਨੂੰ ਆਪੇ ਹੀ ਖੋਲ੍ਹ ਕੇ ਤੇ ਅੰਦਰ ਆ ਗਏ। ਅੰਦਰ ਆਉਂਦਿਆਂ ਨਾਲ ਸਾਨੂੰ ਕਹਿੰਦੇ ਵੀ ਅਸੀਂ ਆਏ CBI ਤੋਂ। CBI ਦਾ ਇੱਕ ਨਕਲੀ ਜਿਹਾ ਕਾਰਡ ਬਣਾਈ ਫਿਰਦੇ ਸੀ, ਸਾਨੂੰ ਅੱਗੇ ਕਰਤਾ। ਉਸ ਤੋਂ ਬਾਅਦ ਫੱਟ ਉਹਨਾਂ ਨੇ ਜੇਬ 'ਚ ਪਾ ਲਿਆ, ਕਹਿੰਦੇ ਤੁਹਾਡੇ ਤੋਂ ਪੁੱਛਗਿੱਛ ਕਰਨੀ ਜੀ। ਚਲੋ ਕਿ ਅਸੀਂ ਕੋ ਕਰ ਲਓ ਜੀ ਪੁੱਛਗਿੱਛ ਤੁਸੀਂ। ਜਦੋਂ ਪੁੱਛਗਿੱਛ ਦਾ ਨਾਂ ਲਿਆ 4-5 ਮਿੰਟ ਬਿਨਾਂ ਗੱਲ ਤੋਂ ਸਾਨੂੰ ਸਵਾਲ ਕਰਦੇ ਰਹੇ ਉਲਟ ਪੁਲਟ, ਕਿੰਨੇ ਮੈਂਬਰ ਜੇ, ਕੀ ਇਹ ਸਭ ਕੁਝ। ਉਸ ਤੋਂ ਬਾਅਦ ਸਾਡੀ ਫੈਮਿਲੀ ਨੂੰ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਇੱਕ ਕਮਰੇ 'ਚ ਆ ਜਾਓ ਸਾਰੇ ਜਣੇ। ਫੈਮਿਲੀ ਮੇਰੀ ਨੂੰ ਸਾਰਿਆਂ ਨੂੰ ਕਮਰੇ ਤਾੜਦਾ। ਉਸ ਤੋਂ ਬਾਅਦ ਮੈਨੂੰ ਕਹਿੰਦੇ ਤੁਸੀਂ ਵੀ ਚਲੋ। ਮੈਂ ਲੌਬੀ 'ਚ ਖੜਾ ਸੀ, ਮੈਨੂੰ ਕਹਿੰਦੇ ਅੰਦਰ ਚੱਲੋ, ਲੇਕਿਨ ਮੈਂ ਅੰਦਰ ਜਾਣ ਤੋਂ ਉਹਨਾਂ ਨੂੰ ਮਨਾ ਕਰਤਾ ਤੇ ਉਹਨਾਂ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਵੀ ਅੰਦਰ ਲਿਜਾਣ ਵਾਸਤੇ। ਲੇਕਿਨ ਮੈਂ ਉਹਨਾਂ ਨੂੰ ਧੱਕਾ ਮਾਰਿਆ। ਧੱਕਾ ਮਾਰਨ ਦੇ ਬਾਵਜੂਦ ਉਹਨਾਂ ਨੇ ਮੇਰੇ ਉਸ ਤੋਂ ਬਾਅਦ ਪਿਸਟਲ ਆਪਦਾ ਰਿਵਾਲਵਰ ਕੱਢ ਕੇ ਮੇਰੇ ਸਿਰ ਤੇ ਰੱਖਤਾ। ਕਹਿੰਦੇ ਵੀ ਜੋ ਵੀ ਘਰ ਵਿੱਚ ਹੈਗਾ ਕੁਝ ਉਹ ਤੁਸੀਂ ਕੱਢ ਦਿਓ, ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਫੈਮਿਲੀ ਨੂੰ ਗੋਲੀ ਮਾਰ ਦਿਆਂਗੇ। ਘੁੰਮ ਜੀ ਆ ਕਰ ਆਈਏ ਕੈਸ਼ ਤੇ ਜਵੈਲਰੀ ਵਗੈਰਾ ਚੋਰੀ ਕਰਕੇ ਲੈ ਗਿਆ ਤੇ ਉਹਦੇ ਕੈਸ਼ ਕਿੰਨਾ ਕੁ ਹੈਗਾ? ਇਹ ਜੇ ਫਿਲਹਾਲ ਸਾਨੂੰ ਚੈੱਕ ਕਰਕੇ ਦੱਸਣਗੇ, ਚੈੱਕ ਕਰ ਰਹੇ ਆ। ਜਵੈਲਰੀ ਫੈਮਿਲੀ ਕਿੱਥੇ ਸੀਗੀ ਬਾਕੀ? ਫੈਮਿਲੀ ਰਾਤ ਡਿਨਰ ਤੇ ਗਈ ਸੀ। ਇਹਦੇ 올ਡ ਏਜ ਮਦਰ ਫਾਦਰ ਨੇ, ਉਹ ਘਰ ਸੀ, ਉਹਨਾਂ ਨੇ ਬੰਨ੍ਹਤਾ। ਇੱਕ ਛੋਟਾ ਨੌਕਰ ਸੀ ਮਨੀਸ਼, ਏਜ ਕੋਈ 11 ਸਾਲ ਦੀ ਹੈ, ਉਹਦੇ ਸਿਰ ਤੇ ਸੱਟ ਮਾਰੀ, ਉਹ ਵੀ ਉੱਥੇ ਬਹਿ ਕੇ, ਵੈਸੇ ਆਊਟ ਆਫ ਡੇਂਜਰ ਹੈ ਫਿਲਹਾਲ ਉਹ। ਤੇ ਸਰ ਜਿਹੜੇ ਓਨਰ ਆ ਉਹਨਾਂ ਦਾ profession ਕੀ ਕੰਮ ਹੌਜਰੀ ਨੂੰ ਬਿਜ਼ਨਸ ਹੈ। ਤੇ ਸਿਕਿਉਰਿਟੀ ਗਾਰਡ ਵੀ ਸੀਗਾ ਜੀ? ਸਿਕਿਉਰਿਟੀ ਗਾਰਡ ਸੀ, ਸਿਕਿਉਰਿਟੀ ਗਾਰਡ ਵੀ ਬੇਸੁਰਤ ਹੈ ਜੀ, ਉਹਨੂੰ ਪਤਾ ਹੀ ਲੱਗਦਾ ਕੀ ਚੀਜ਼ ਖਵਾਈ, ਉਹ ਚੈੱਕ ਕਰ ਰਹੇ। ਸਰ ਕੋਈ CCTV ਸਾਹਮਣੇ ਆਇਆ ਹੋਵੇ? CCTV ਆਇਆ ਸੀ, ਚੱਲ ਰਿਹਾ ਇਹ ਪ੍ਰੋਸੈਸ। ਕਿੰਨੇ ਕੁ ਬੰਦੇ ਹੋ ਸਕਦੇ? 3 ਜਣੇ ਸੀ ਰਾਤ ਫਿਲਹਾਲ। CCTV ਬਿਲਕੁਲ ਠੀਕ ਹੈ ਜੀ। ਸਰ ਵਾਰਦਾਤ ਕਿੰਨੇ ਕੁ ਵਜੇ ਦੀ ਲੱਗਦੀ ਹੈ? ਰਾਤ 12 ਵਜੇ ਚਲੇ ਗਏ, 12:05 ਤੇ ਘਰ ਤੋਂ ਨਿਕਲੇ ਜੀ, 10:30 ਵਜੇ ਆਏ। ਲੁੱਟ ਦੇ ਵਿੱਚ ਕੀ ਸ਼ਾਮਲ ਹੈਗਾ ਥੋੜਾ ਦੱਸ ਦੂੰਗਾ ਕਿ 골ਡ ਕਿੱਦਾਂ ਕੋਈ ਕੈਸ਼? ਜਵੈਲਰੀ ਤੇ ਕੈਸ਼ ਹੈ ਜੀ, ਇਹ ਸਾਨੂੰ ਚੈੱਕ ਕਰਕੇ ਸਾਨੂੰ ਲਿਸਟ ਦੇ ਦੇ, ਉਹ ਤਾਂ ਤੁਹਾਨੂੰ ਉਹਦੇ ਬਾਰੇ ਡਿਸਕਲੋਜ਼ ਕਰ ਦੇ। ਗੁਰਦੇਵ ਨਗਰ ਜੀ। ਸਰ ਨੌਕਰ ਦੀ ਵੈਰੀਫਿਕੇਸ਼ਨ ਹੋਈ ਸੀ? ਨਹੀਂ, ਨੌਕਰ ਦੀ ਵੈਰੀਫਿਕੇਸ਼ਨ ਨਹੀਂ। ਸਰ ਨੀਅਰ ਅਬਾਊਟ ਕੁਝ ਅਮਾਉਂਟ ਦੱਸੀ ਇਹਨਾਂ ਨੇ ਵੀ ਜੁਐਲਰੀ ਔਰ ਨਹੀਂ, ਅਜੇ ਕੋਈ ਅਮਾਉਂਟ ਨਹੀਂ ਦੱਸਿਆ ਸਾਨੂੰ। ਇਹ ਨੌਕਰ ਰੱਖਿਆ ਕਦੋਂ ਸੀ ਜੀ? ਇਹਨਾਂ ਦਾ ਇੱਕ ਪੁਰਾਣਾ ਨੌਕਰ ਸੀ, ਕੋਈ 20 ਸਾਲ ਪਹਿਲਾਂ ਕੋਲ ਸਰਵਿਸ ਕਰਦਾ ਸੀ ਫੈਕਟਰੀ ਦੇ ਵਿੱਚ, ਉਸਨੇ ਇਹ ਨੌਕਰ ਰਖਵਾਇਆ 2 ਮਹੀਨੇ ਪਹਿਲੇ। 2 ਮਹੀਨੇ ਪਹਿਲਾਂ ਰੱਖਿਆ। ਜਿਹੜਾ ਪਹਿਲਾ ਨੌਕਰ ਹੈ ਉਹ ਵੀ ਛੱਡ ਕੇ ਜਾ ਚੁੱਕਿਆ ਕੋਵਿਡ ਕਰਕੇ, ਉਹ ਵੀ ਨਹੀਂ ਮਿਲ ਰਿਹਾ। ਸਰ ਇਹ ਪਤਾ ਕਿੱਦਾਂ ਲੱਗਾ ਵੀ ਇਹ ਜਦੋਂ ਰਾਤ ਨੂੰ 2 ਵਜੇ ਵਾਪਸ ਆਏ ਡਿਨਰ ਤੋਂ, ਉਦੋਂ ਪਤਾ ਲੱਗਿਆ ਇਹਨਾਂ ਨੂੰ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।